हाँ जी बेटा, आप आगे टॉपिक कंटिन्यू कर रहे हैं. सो टुडे वी आर गोइंग टू डिस्कस अबाउट मीडिया स्टरलाइजेशन. वो की कह रहा है, कहना मीडिया में बी स्टरलाइज्ड बाय फिल्ट्रेशन, रेडिएशन, अल्ट्रासोनिक सोनिक ट्रीटमेंट, chemical treatment or heat. ठीक है, we are able to use any method out of these. इन्हां चों कोई भी मैथड तुसी यूज़ करके मीडिया की जिहड़ी स्टरलाइजेशन वो कर सकते हो. बट प्रैक्टिकली मोस्ट एक्सेप्टेबल जिहड़ा मैथड है वो है हीट स्टरलाइजेशन और स्टीम स्टरलाइजेशन. ठीक है, स्टीम स्टरलाइजेशन, सॉरी नॉट हीट स्टरलाइजेशन, स्टीम स्टरलाइजेशन लाइक ऑटोक्लेव. ठीक है, फर्मेंटेशन मीडिया ਨੂੰ स्टरलाइज ਕਰਨ ਦੇ ਲਈ ਜਿਹੜਾ ਮੋਸਟ ਕਾਮਨਲੀ प्रैक्टिकली जो एक्सेप्टेबल मैथड है विच इज़ स्टीम स्टरलाइजेशन. फिर की है जिहड़ा फिल्ट्रेशन है, अगर तुसी एनिमल सैल कल्चर करना है यूज़, दैन तुसी फिल्ट्रेशन है जिहड़ी वो मीडिया दी स्टरलाइजेशन है जिहड़ी उहदे करन दे लई तुसी फिल्ट्रेशन यूज़ करदे हो. रीजन बिहाइंड जो मीडिया एनिमल सैल कल्चर ਲਈ यूज़ ਹੁੰਦਾ ਹੈ ਉਹਦੇ ਵਿੱਚ ਕਾफ़ੀ ਸਾਰੇ ਕੰਪੋਨੈਂਟਸ ਹੀਟ ਸੈਂਸਿਟਿਵ ਹੁੰਦੇ ਆ. ਦੈਟਸ ਵਾਈ ਵੀ ਪ੍ਰੈਫਰ filtration over steam sterilization or over any other method, right? So here is the first equation, minus Tn upon dt is equals to Kt. This equation shows the destruction of, means killing of microorganisms by steam, moist heat, may be described as first order chemical reaction, thus may be represented by the following equation. Here is the word moist heat. Moist heat मतलब steam. ਹੁਣ ਜਿਵੇਂ ਤੁਸੀਂ ਅਗਰ ਆਟੋਕਲੇਵ ਤੁਸੀਂ ਪੜ੍ਹਿਆ ਹੋਏਗਾ, ਫॉर एग्जांपल ਤੁਸੀਂ ਪੜ੍ਹਿਆ ਹੋਣਾ ਆਟੋਕਲੇਵ ਪਿਛਲੇ ਸਮੈਸਟਰ 'ਚ. ਨਹੀਂ ਪੜ੍ਹਿਆ ਮੇਰੇ अच्छा मैं ਆਟੋਕਲੇਵ ਤੇ ਨਹੀਂ ਮੈਂ ਪਾਇਆ. ਓਕੇ, ਆਟੋਕਲੇਵ ਕੀ ਹੈ? ਆਟੋਕਲੇਵ ਇੱਕ ਇੰਸਟਰੂਮੈਂਟ ਹੈ, ਤੁਸੀਂ ਲੈਬ 'ਚ ਜ਼ਰੂਰ ਦੇਖਿਆ ਹੋਏਗਾ. ਉਸ 'ਚ ਕੀ ਹੁੰਦਾ? ਆਟੋਕਲੇਵ 'ਚ ਕੀ ਕਰਦੇ ਹਾਂ ਅਸੀਂ? ਆਟੋਕਲੇਵ ਦੇ ਵਿੱਚ ਅਸੀਂ ਆਪਣਾ ਮੀਡੀਆ ਸਟਰਲਾਈਜ਼ ਕਰਦੇ ਹਾਂ. ਨੀਚੇ ਵਾਟਰ ਹੁੰਦਾ, ਉੱਪਰ ਅਸੀਂ ਕੀ ਕਰਦੇ ਹਾਂ, ਨੀਚੇ ਪਾਣੀ ਹੁੰਦਾ. ਠੀਕ ਹੈ, ਉਹਦੇ ਪਾਣੀ ਦੇ ਉੱਪਰ ਜਿਹੜੀ ਰੋਡ ਹੁੰਦੀ ਹੈ ਉਹ ਪਾਣੀ 'ਚ ਡਿਪ ਕਰੀ ਹੋਈ ਹੁੰਦੀ ਹੈ ਪ੍ਰੋਪਰ, ਰਾਈਟ. ਫਿਰ ਅਸੀਂ ਕੀ ਕਰਦੇ ਹਾਂ, ਉਸ ਜਿਹੜੀ ਡਿਪ ਕਰੀ ਹੋਈ ਰੋਡ ਹੁੰਦੀ ਹੈ, ਫਿਰ ਅਸੀਂ ਉਹਨੂੰ ਇੱਕ ਮਿੰਟ ਦੇਖੋ ਇੱਦਾਂ ਆਟੋਕਲੇਵ ਹੁੰਦਾ ਹੈ ਨਾ, ਇਹਦੇ ਵਿੱਚ ਨੀਚੇ ਰੋਡ ਲੱਗੀ ਹੁੰਦੀ ਹੈ, ਰੋਡ ਪਾਣੀ ਦੇ ਵਿੱਚ ਡਿਪ ਹੁੰਦੀ ਹੈ ਨਾ. ਇੱਥੇ ਕੰਟੇਨਰ ਪਿਆ ਹੁੰਦਾ ਤੁਹਾਡਾ ਜਿਸ ਦੇ ਵਿੱਚ ਤੁਸੀਂ ਆਪਣਾ ਮੀਡੀਆ ਵਾਲੇ ਫਲਾਸਕ ਜਾਂ ਪੈਟਰੀ ਪਲੇਟਸ ਵਗੈਰਾ ਰੱਖ ਕੇ ਸਟਰਲਾਈਜ਼ ਕਰਦੇ ਹੋ. ਜਦੋਂ ਇਹ ਪਾਣੀ ਗਰਮ ਹੁੰਦਾ, ਠੀਕ ਹੈ, ਫਿਰ ਸਟੀਮ ਬਣਦੀ ਹੈ. ਜਿਹੜੀ ਉਹ ਸਟੀਮ ਹੈ ਉਹ ਹੈਲਪ ਕਰਦੀ ਹੈ ਸਟਰਲਾਈਜੇਸ਼ਨ ਵਾਈਜ਼. ਦੈਟਸ ਵਾਈ ਵੀ ਕਾਲਡ ਇਟ ਐਜ਼ ਅ ਮੋਇਸਟ ਹੀਟ ਟਰੀਟਮੈਂਟ ਔਰ ਸਟੀਮ. ਠੀਕ ਹੈ ਬੇਟਾ. ਫਿਰ ਦੇਖੋ ਹੁਣ ਅਸੀਂ ਕੀ ਕੀਤਾ, ਕਹਿੰਦੇ ਕਿੰਨੇ ਨੰਬਰ ਆਫ ਮਾਈਕਰੋ ਆਰਗੈਨਿਜ਼ਮਸ ਕਿਲ ਹੋ ਰਹੇ ਆ, ਉਸ ਨੂੰ ਅਸੀਂ ਇਸ ਫਸਟ ਆਰਡਰ ਆਫ ਕੈਮੀਕਲ ਰਿਐਕਸ਼ਨ ਨਾਲ ਲਿਖ ਸਕਦੇ ਹਾਂ. ਮਾਈਨਸ dn upon dt is equals to kn. Here n is the number of viable organisms present, t is the total time of sterilization treatment, k is the rate, reaction rate constant of the reaction or specific death rate. किन्नी स्पीड ਦੇ ਨਾਲ ਕਿੰਨੇ ਮਾਈਕਰੋ ਆਰਗੈਨਿਜ਼ਮਸ ਕਿਲ ਹੋ ਰਹੇ ਆ. ठीक, ਹੁਣ n ਤਾਂ ਕੁਛ ਨਾ ਕੁਛ ਹੋਊਗਾ. ਅਸੀਂ ਮੀਡੀਆ ਸਟਰਲਾਈਜ਼ ਕਰਨਾ, ਮੀਡੀਆ ਦੇ ਵਿੱਚ ਕੁਛ ਨਾ ਕੁਛ ਵਾਈਬਲ ਸੈਲਸ ਤਾਂ ਹੋਣਗੇ, ਹੈ ਨਾ. ਸੋ ਵਾਈਬਲ ਸੈਲਸ ਨੂੰ ਅਸੀਂ ਕੀ ਕੀਤਾ, ਅਸੀਂ ਵਾਈਬਲ ਸੈਲਸ ਨੂੰ ਕਿਲ ਕਰ ਰਹੇ ਹਾਂ. ਓਕੇ, ਉਸ ਤੋਂ ਬਾਅਦ ਉਸਨੇ ਕੀ ਕੀਤਾ, ਜਿਹੜੀ ਇਕੁਏਸ਼ਨ ਨੰਬਰ 5.1 ਸੀ ਉਸਨੂੰ ਇੰਟੀਗ੍ਰੇਟ ਕਰਤਾ. ਇੰਟੀਗ੍ਰੇਟ ਕਰਕੇ ਉਹ ਇਕੁਏਸ਼ਨ ਇੱਦਾਂ ਕਨਵਰਟ ਹੋ ਗਈ. ਠੀਕ ਹੈ ਰਾਜੇ, ਜਿਨ੍ਹਾਂ ਨੇ ਤਾਂ ਨੋਨ ਮੈਡੀਕਲ ਪੜ੍ਹਿਆ ਹੋਇਆ ਉਹਨਾਂ ਨੂੰ ਤਾਂ ਇੰਟੀਗ੍ਰੇਸ਼ਨ ਡਿਫਰੈਂਸੀਏਸ਼ਨ ਚੰਗੀ ਤਰ੍ਹਾਂ ਪਤਾ ਹੋਏਗੀ. ਮੇ ਵੀ ਕੁਝ ਬੱਚਿਆਂ ਨੂੰ ਨਹੀਂ ਪਤਾ ਹੋਏਗਾ ਮੈਡੀਕਲ ਵਾਲਿਆਂ ਨੂੰ. ਸੋ ਆਪਾਂ ਇੰਨੀ ਡਿਟੇਲ 'ਚ ਨਹੀਂ ਜਾਣਾ, ਤੁਸੀਂ ਯਾਦ ਕਰ ਲਿਓ ਬੱਚਾ. ਪਤਾ ਕੀ ਹੈ, ਜੇ ਹੁਣ ਮੈਂ ਤੁਹਾਨੂੰ ਫਾਰਮੂਲਾਜ਼ ਵਗੈਰਾ ਕਰਵਾਉਣ ਲੱਗ ਗਈ ਤਾਂ ਇੱਕ ਸੈਪਰੇਟ ਬਹੁਤ ਲੈਂਥੀ ਟੌਪਿਕ ਹੋ ਜਾਣਾ. ਇੰਨਾ ਆਪਾਂ ਡਿਟੇਲ ਆਪਾਂ 'ਚ ਨਹੀਂ ਜਾਣਾ. ਸਿੰਪਲ ਇਕੁਏਸ਼ਨ ਹੈ, ਤੁਸੀਂ ਯਾਦ ਕਰ ਲਿਓ. ਠੀਕ ਹੈ, ਫਿਰ ਵੀ ਅਗਰ ਕਿਸੇ ਨੂੰ ਕੁਛ ਡਾਊਟ ਹੋਇਆ ਪੁੱਛ ਲਿਓ. ਫਿਰ ਕੀ ਹੈ, ਕਹਿੰਦਾ ਐਨ ਨੋਟ ਕੀ ਹੈ, ਵਾਈਬਲ ਆਰਗੈਨਿਜ਼ਮਸ ਪ੍ਰੈਜ਼ੈਂਟ ਆ ਜਿਹੜੇ ਸਟਾਰਟਿੰਗ 'ਚ ਸਟਰਲਾਈਜੇਸ਼ਨ ਟਰੀਟਮੈਂਟ ਸਟਾਰਟ ਕਰਨ ਤੋਂ ਪਹਿਲਾਂ ਕਿੰਨੇ ਵਾਈਬਲ ਸੈਲਸ ਪ੍ਰੈਜ਼ੈਂਟ ਨੇ. ਐਨ ਟੀ ਕੀ ਹੈ, ਕਿੰਨੇ ਨੰਬਰ ਆਫ ਵਾਈਬਲ ਸੈਲਸ ਪ੍ਰੈਜ਼ੈਂਟ ਨੇ ਆਫਟਰ ਟਾਈਮ ਟੀ, ਇੱਕ ਪਰਟੀਕੂਲਰ ਟਾਈਮ ਪੀਰੀਅਡ ਤੋਂ ਬਾਅਦ ਕਿੰਨੇ ਮਾਈਕਰੋ ਆਰਗੈਨਿਜ਼ਮਸ ਵਿੱਚ ਬਚ ਗਏ. ਠੀਕ ਹੈ, ਕਿਉਂਕਿ ਸਟਰਲਾਈਜੇਸ਼ਨ ਅਸੀਂ ਕਰਨੀ ਆ ਤਾਂ ਇਹਦਾ ਮਤਲਬ ਇਹ ਨਹੀਂ ਆਪਾਂ ਨੂੰ ਇਨ ਬਿਟਵੀਨ ਵੀ ਕੁਛ ਨਾ ਕੁਛ ਚੈੱਕ ਕਰਨਾ ਪੈ ਸਕਦਾ. ਸੋ ਕਿ ਐਨ ਟਾਈਮ ਤੋਂ ਬਾਅਦ
सॉरी टी टाइम तो बाद किन्ने नंबर ऑफ वायबल सैल्स अंदर ਸਰਵਾਈਵ ਕਰ ਰਹੇ ਹਾਂ। ਫਿਰ ਅਸੀਂ ਕੀ ਕੀਤਾ, ਜਿਹੜੀ ਕੁਐਸਚਨ 5.2 ਸੀ ਉਸਦਾ ਨੈਚੁਰਲ ਲੌਗ ਲੈ ਲਿਆ। NT upon N0 ਲੌਗ ਹੋ ਗਿਆ। ਜਦੋਂ E ਦਾ ਲੌਗ ਕਰਦੇ ਹਾਂ ਅਸੀਂ, E ਐਂਡ ਲੌਗ ਦੋਨੋਂ ਇੱਕ ਦੂਜੇ ਦੇ ਰੈਸਿਪਰੋਕਲ ਹੁੰਦੇ ਆ। ਸੋ ਲੌਗ ਨਾਲ E ਕੱਟ ਗਿਆ, ਮਾਈਨਸ KT ਰਹਿ ਗਿਆ। ਇਹ ਹੋ ਗਈ ਸਾਡੀ ਇਕੁਏਸ਼ਨ ਨੰਬਰ 5.3। ਫਿਰ ਉਹ ਕੀ ਕਹਿੰਦਾ ਕਿ ਅਸੀਂ ਜਦੋਂ ਹੁਣ ਇਸ ਨੂੰ ਐਕਸਪਲੇਨ ਕਰਨਾ ਤਾਂ ਇੱਥੇ ਕੰਡੀਸ਼ਨ ਕੀ ਆਏਗਾ ਕਿ ਇਨਫਾਨਾਈਟ ਟਾਈਮ is required to achieve sterilized conditions। ਕਹਿੰਦੇ ਇਨਫਾਨਾਈਟ ਬਹੁਤ ਜ਼ਿਆਦਾ ਟਾਈਮ ਚਾਹੀਦਾ ਪ੍ਰੋਪਰ sterilized conditions ਨੂੰ ਅਚੀਵ ਕਰਨ ਲਈ। after a certain time there will be less than one microbial or viable cell present। ਇਹ ਮਾਈਕਰੋ ਆਰਗੈਨਿਜ਼ਮਸ ਦੇ ਕੇਸ ਦੇ ਵਿੱਚ ਸਟਰਲਾਈਜੇਸ਼ਨ ਦੇ ਕੇਸ 'ਚ ਅਜ਼ੰਪਸ਼ਨ ਮੰਨੀ ਜਾਂਦੀ ਹੈ ਪ੍ਰੈਕਟੀਕਲੀ ਕਿ 100% ਸਟਰਲਾਈਜੇਸ਼ਨ ਨਹੀਂ ਹੁੰਦੀ, 99.99% ਹੁੰਦੀ ਹੈ। ਕਿੱਥੇ ਕੁਛ ਨਾ ਕੁਛ ਇੱਕ ਅੱਧੇ ਸੈੱਲ ਦੇ ਪ੍ਰੈਜੈਂਟ ਹੋਣ ਦੇ ਚਾਂਸਿਸ ਹੁੰਦੇ ਆ ਕੁਝ ਸਰਟਨ ਟਾਈਮ ਤੋਂ ਬਾਅਦ। ਠੀਕ ਹੈ, ਬਹੁਤ ਸਾਰਾ ਟਾਈਮ ਚਾਹੀਦਾ ਟੂ ਅਚੀਵ ਸਟਰਲਾਈਜ਼ਡ ਕੰਡੀਸ਼ਨਸ। ਸੋ ਫਿਰ ਉਹ ਕੀ ਕਹਿ ਰਿਹਾ ਕਿ ਜਿਹੜੀ ਇਕੁਏਸ਼ਨਸ ਅਸੀਂ ਦਿੱਤੀਆਂ ਹੈ 5.3 ਐਂਡ 5.4 ਦਾ ਜਿਹੜਾ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਹੈ ਉਹਨੇ ਇੱਥੇ ਦਿੱਤਾ ਹੋਇਆ। ਠੀਕ, NT upon N0 ਤਾਂ ਪਲਾਟ ਆਫ ਇਸ ਕੀ ਹੈ ਕਿ ਵਿਦ ਦ ਟਾਈਮ ਮਾਈਕਰੋ ਆਰਗੈਨਿਜ਼ਮਸ ਦੀ ਡੈਥ ਹੋ ਰਹੀ ਹੈ। ਠੀਕ ਹੈ, ਇੱਥੇ ਲੌਗ ਲੱਗ ਗਿਆ, ਫਿਰ ਉਹ ਸਟ੍ਰੇਟ ਹੋ ਗਈ ਇਕੁਏਸ਼ਨ। ਓਕੇ, ਉਸ ਤੋਂ ਬਾਅਦ ਉਹ ਕਹਿ ਰਿਹਾ ਹੈ ਹੁਣ ਦੇਖੋ K ਕੀ ਹੈ, K ਇਜ਼ ਅ ਸਪੈਸੀਫਿਕ ਡੈਥ ਰੇਟ, ਕਿੰਨੇ ਮਾਈਕਰੋ ਆਰਗੈਨਿਜ਼ਮਸ ਮਰ ਰਹੇ ਹੈ। ਕਹਿੰਦੇ ਜਿਹੜੀ K ਹੈ ਉਹ ਸਿਰਫ ਸਪੀਸ਼ੀਜ਼ ਡਿਪੈਂਡੈਂਟ ਨਹੀਂ ਹੁੰਦੀ, ਉਹ ਫਿਜ਼ੀਓਲੋਜੀਕਲ ਫਾਰਮ ਆਫ ਦ ਸੈੱਲ ਦੇ ਵੀ ਡਿਪੈਂਡੈਂਟ ਹੁੰਦੀ ਆ। ਕੀ ਮਤਲਬ ਕਿ ਮਾਈਕਰੋ ਆਰਗੈਨਿਜ਼ਮਸ ਆ ਜਿਹੜੇ ਉਹ ਕਿਸ ਸਟੇਜ ਨੇ, ਉਹ ਐਂਡੋਸਪੋਰਸ ਨੇ, ਕੰਪਲੀਟ ਵੈਜੀਟੇਟਿਵ ਸੈਲਸ ਨੇ, ਸਪੋਰਸ ਨੇ, ਇਸ 'ਤੇ ਵੀ ਡਿਪੈਂਡ ਕਰਦਾ। ਕਿਉਂ ਕਰਦਾ ਡਿਪੈਂਡ? ਕਹਿੰਦੇ ਜਿਹੜੇ ਵੈਜੀਟੇਟਿਵ ਸੈਲਸ ਹੁੰਦੇ ਆ ਉਹ ਮੋਰ ਹੀਟ ਰੈਜ਼ਿਸਟੈਂਟ ਹੁੰਦੇ ਆ ਰਾਦਰ ਦੈਨ ਐਂਡੋਸਪੋਰਸ। ਠੀਕ ਹੈ, ਸੋ ਇਹਦਾ ਮਤਲਬ ਕੀ ਹੋਇਆ, ਜਿਹੜੀ ਚੀਜ਼ ਮੋਰ ਹੀਟ ਰੈਜ਼ਿਸਟੈਂਟ ਹੈ ਮਤਲਬ ਵੈਜੀਟੇਟਿਵ ਸੈਲਸ ਨੂੰ ਕਿਲ ਹੋਣ ਲਈ ਜ਼ਿਆਦਾ ਟਾਈਮ ਲੱਗੂਗਾ ਰਾਦਰ ਦੈਨ ਐਂਡੋਸਪੋਰਸ। ਠੀਕ ਹੈ, ਸੋ ਉਸਨੇ ਇਸ ਚੀਜ਼ ਨੂੰ ਐਕਸਪਲੇਨ ਕਰਨ ਲਈ 3 ਡਿਫਰੈਂਟ ਗ੍ਰਾਫਸ ਬਣਾਏ ਆ ਇੱਥੇ 5.2A, 5.2B, 5.23। ਇਹ ਤਿੰਨੋਂ ਗ੍ਰਾਫਸ ਉਸਨੇ ਕੀ ਕੀਤਾ, log NT upon N0 ਦੇ ਨੂੰ T ਦੇ ਰਿਸਪੈਕਟਿਵ ਗ੍ਰਾਫਸ ਬਣਾਏ ਆ। ਉਹ ਕਹਿੰਦੇ ਪਹਿਲਾਂ ਇੱਕਦਮ ਗ੍ਰਾਫ ਉੱਪਰ ਗਿਆ, ਸਪੋਰਸ ਹੋ ਸਕਦੇ ਆ ਉੱਥੇ, ਫਿਰ ਹੌਲੀ ਹੌਲੀ ਨੀਚੇ ਆ ਗਿਆ। ਇੱਥੇ ਥੋੜ੍ਹਾ ਸਟੇਸ਼ਨਰੀ ਸਟੇਜ ਆ ਗਈ, ਇੱਥੇ ਡਿਕਲਾਈਨ ਆ ਗਿਆ। ਕਿਉਂ? ਕਿਉਂਕਿ ਕੰਡੀਸ਼ਨਸ ਅਲੱਗ-ਅਲੱਗ ਹੋ ਗਈਆਂ। ਡਿਪੈਂਡ ਕਰਦਾ ਕਿ ਮਾਈਕਰੋ ਆਰਗੈਨਿਜ਼ਮਸ ਕਿਸ ਸਟੇਜ 'ਚ ਨੇ। ਜਿਸ ਏਰੀਆ ਦੇ ਵਿੱਚ ਜ਼ਿਆਦਾ ਹੀਟ ਸੈਂਸਿਟਿਵ ਮਾਈਕਰੋ ਆਰਗੈਨਿਜ਼ਮਸ ਹੋਣਗੇ ਉੱਥੇ ਪਲਾਟ ਡਾਇਰੈਕਟ ਬਣੂਗਾ ਕਿਉਂਕਿ ਉੱਥੇ ਇੱਕਦਮ ਸਟਰਲਾਈਜੇਸ਼ਨ ਹੋਏਗੀ। ਜਿੱਥੇ ਪਹਿਲਾਂ ਉਹ ਸਪੋਰਸ ਦੀ ਫਾਰਮ 'ਚ ਨੇ, ਸੌਰੀ ਵੈਜੀਟੇਟਿਵ ਸੈਲਸ ਨੇ, ਉਹ ਇੱਕਦਮ ਡੈਥ ਨਹੀਂ ਹੋਏਗੀ ਕਿਉਂਕਿ ਉਹ ਜ਼ਿਆਦਾ ਹੀਟ ਰੈਜ਼ਿਸਟੈਂਟ ਹੁੰਦੇ ਆ। ਇਸ ਕਰਕੇ 3 ਟਾਈਪ ਦਾ ਡਿਫਰੈਂਟ ਗ੍ਰਾਫਸ ਬਣਨਗੇ। ਠੀਕ ਹੈ, ਉਸ ਤੋਂ ਬਾਅਦ ਫਿਰ ਇੱਥੇ ਉਹਨੇ ਗ੍ਰਾਫਸ ਦਿੱਤੇ ਆ। ਰਾਜੇ ਪੜ੍ਹ ਲਿਓ, ਧਿਆਨ ਨਾਲ ਸਮਝ ਆ ਜਾਏਗਾ, ਥੋੜ੍ਹੀ ਮਿਹਨਤ ਕਰਨੀ ਪੈਣੀ ਆ ਬਟ ਈਜ਼ੀ ਹੈ ਟੋਪਿਕ। ਠੀਕ ਹੈ, 5.3 ਐਂਡ 5.3 A ਐਂਡ B ਬਣਾਤਾ। ਇਹਦੇ ਵਿੱਚ ਅਸੀਂ ਕੀ ਕੀਤਾ, ਫਸਟ ਦੇ ਵਿੱਚ ਅਸੀਂ ਕੀ ਕੀਤਾ, ਜਿਹੜੀ ਮਿਕਸਡ ਕਲਚਰ ਲਿਆ ਉਹ ਹਾਈਲੀ ਸੈਂਸਿਟਿਵ ਲਿਆ। ਸੈਕਿੰਡ ਦੇ ਵਿੱਚ ਅਸੀਂ ਰੈਜ਼ਿਸਟੈਂਟ ਮਾਈਕਰੋ ਆਰਗੈਨਿਜ਼ਮ ਜ਼ਿਆਦਾ ਨੇ ਸਾਡੇ ਸੈਂਪਲ ਦੇ ਵਿੱਚ। ਹੁਣ ਜਿਹੜਾ ਹਾਈਲੀ ਸੈਂਸਿਟਿਵ ਸੀ ਉਸ 'ਚ ਕੀ ਹੋਇਆ, ਸੈਂਸਿਟਿਵ ਦਾ ਗ੍ਰਾਫ ਇੱਕਦਮ ਡਾਊਨ ਜਾਊਗਾ। ਠੀਕ ਹੈ, ਜਿਹੜਾ ਇਹ ਡਾਟਸ ਨੇ ਇਹ ਹੋਲ ਕਲਚਰ ਹੋ ਗਿਆ, ਜੋ ਰੈਜ਼ਿਸਟੈਂਟ ਸੈਲਸ ਨੇ ਉਹ ਇਹ ਹੋ ਗਏ। ਠੀਕ ਹੈ, ਇੱਥੇ ਅਸੀਂ ਰੈਜ਼ਿਸਟੈਂਟ ਸੈਲਸ ਜ਼ਿਆਦਾ ਲਏ ਸੀ, ਸੋ ਹੋਲ ਕਲਚਰ ਦਾ ਜਿਹੜਾ ਗ੍ਰਾਫ ਹੈ ਉਹ ਰੈਜ਼ਿਸਟੈਂਸ ਦੇ ਜ਼ਿਆਦਾ ਨੇੜੇ ਹੋਊਗਾ। ਕਿਉਂ? ਕਿਉਂਕਿ ਉਹ ਰੈਜ਼ਿਸਟੈਂਟ ਜ਼ਿਆਦਾ ਹੋਇਆ ਅਤੇ ਇਹ ਹੋ ਗਏ ਸੈਂਸਿਟਿਵ ਆਰਗੈਨਿਜ਼ਮਸ। ਠੀਕ ਹੈ ਬੱਚਾ, ਫਿਰ ਉਹ ਕੀ ਕਹਿ ਰਿਹਾ ਹੈ ਕਿ ਜਿਹੜੀ K ਹੈ ਉਹ K is a true constant only under constant temperature conditions। K constant ਉਦੋਂ ਹੋਏਗੀ ਜਦੋਂ constant temperature condition ਹੋਏਗਾ। ਹੁਣ K ਕੀ ਹੈ, ਕਿੰਨੀ ਸਪੀਡ, ਕਿੰਨੀ ਰੇਟ ਦੇ ਨਾਲ ਡੈਥ ਹੋ ਰਹੀ ਹੈ ਮਾਈਕਰੋ ਆਰਗੈਨਿਜ਼ਮਸ ਦੀ। ਹੁਣ ਉਹਦੀ ਵੈਲਿਊ ਤਾਂ ਸਟੇਬਲ ਉਦੋਂ ਹੋਏਗੀ ਜਦੋਂ ਟੈਂਪਰੇਚਰ ਦੀ ਵੈਲਿਊ ਸਟੇਬਲ ਹੋਏਗੀ। ਉਹਦੇ ਨਾਲ ਫਿਰ ਕੀ ਹੋਊਗਾ, ਉਨੇ ਪਰਟੀਕੂਲਰ ਟਾਈਮ ਇੰਟਰਵਲ ਦੇ ਵਿੱਚ ਉਨੇ ਮਾਈਕਰੋ ਆਰਗੈਨਿਜ਼ਮਸ ਦੀ ਹੀ ਫਰਦਰ ਅੱਗੇ ਡੈਥ ਹੋਏਗੀ। ਠੀਕ ਹੈ, ਸੋ ਇਸ ਚੀਜ਼ ਨੂੰ ਐਕਸਪਲੇਨ ਕਰ ਲੈਣੇ ਆਰਹੀਨੀਅਸ ਇਕੁਏਸ਼ਨ ਲੈ ਲਈ, D log K upon dt is equals to E divided by RT square। ठीक है,
ਹੋਰ ਸੋ ਹੀਅਰ E is the activation energy, R is the gas constant, T is the absolute temperature. ठीक है, ਜਦੋਂ ਅਸੀਂ ਉਸਦੀ ਇੰਟੀਗ੍ਰੇਸ਼ਨ ਕੀਤੀ ਦੈਨ K ਨੂੰ K is equals to AE raised to power minus E upon RT ਬਣ ਗਿਆ। ठीक है, ਜਦੋਂ ਅਸੀਂ ਇਕੁਏਸ਼ਨ ਨੰਬਰ 4 ਦੀ ਇੰਟੀਗ੍ਰੇਸ਼ਨ ਕੀਤੀ। ਹੁਣ ਜਦੋਂ ਉਸਦੀ ਇੰਟੀਗ੍ਰੇਸ਼ਨ ਕੀਤੀ ਸੀ ਤਾਂ ਕੀ ਹੋਇਆ, D ਔਰ LN ਕੱਟ ਗਿਆ। ठीक है, फिर असी की किया, ए कहता की है आर्हीनियस कॉन्सटेंट है। फिर असी इक्वेशन 5.5 का नैचुरल लॉग ले लिया, लॉग के इज इक्वल्स टू लॉग ए माइनस ई अपॉन आर टी। जो स्मॉल ई एंड लॉग है वो दोनों एक दूसरे ऑपोजिट होने, वो कट गया। ठीक है, फिर इक्वेशन नंबर 5.6 आ गई साढ़े कोल। हुण असी की किया, इक्वेशन नंबर 5.3 एंड इक्वेशन नंबर 5.4 नूं देखिया, सॉरी 5.5 च K इज इक्वल्स टू दिस सी, 5.3 कित्थे है, इत्थे आ, इत्थे की सी लॉग NT अपॉन N0 इज इक्वल्स टू माइनस KT। असी की किया 5.3 दे विच K दी वैल्यू पुट करती, कित्थों आई वो, इत्थों 5.5 तो। जो वैल्यू पुट करके देखिया तो इक्वेशन ये बन गई। ठीक, K दी वैल्यू असी पुट करती इत्थे, देखो इत्थे लॉग NT अपॉन N0 था इज इक्वल्स टू माइनस KT। जो माइनस KT दे विच K दी वैल्यू फिल की इंटू T करता, फिर इसने माइनस हटाने लिए की कर लिया, लॉग N0 अपॉन NT करता, उन्होंने उल्टा करता, जो माइनस का साइन हट गया तो इतने A इंटू T इंटू E माइनस E अपॉन RT आ गया। 5.7 नंबर इक्वेशन होगी। उस तो बाद वो की कह रहा है कि जो नैचुरल लॉग N0 अपॉन NT हुंदा दैट इज इक्वल्स टू डेल फैक्टर। डेल फैक्टर इज अ मेजरमेंट ऑफ फ्रैक्शनल रिडक्शन इन वायबल ऑर्गेनिजम्स काउंट प्रोड्यूस्ड बाय सर्टन हीट एंड टाइम रेजिमेंट। डेल फैक्टर की है, वह वैल्यू है कि किन्ने नंबर ऑफ वायबल ऑर्गेनिजम सर्टन टाइम तो बाद हुंदे रहंदे हैं। ठीक है, दैट इज डेल फैक्टर। फिर उसने की किया, डेल्टा इज इक्वल्स टू, डेल्टा की वैल्यू ये है, सानू ऑलरेडी पता। ठीक है, सो लॉग दिस इक्वल्स टू दिस सी, डेल्टा इज इक्वल्स टू दिस है, ये दोनों कॉमन हो गया, दैन इज द इक्वल टू डेल्टा आ गया। ठीक है, फिर असी इक्वेशन 5.8 नूं जदों लॉगरिदम नाल रीअरेंज किया, दैन इक्वेशन नंबर 5.9 बन गई। ठीक है बच्चे, सो इत्थे तक हो गया। की आ रहा कहना, प्लॉट ऑफ नेचुरल लॉगरिदम एट अ टाइम required to achieve certain del value against the reciprocal of absolute temperature will yield a straight line। कहंदा जदों असी नैचुरल लॉगरिदम लै रहे हैं डेल्टा का, जदों उसनों टैंपरेचर दे रेसिप्रोकल असी उसका ग्राफ ड्रॉ करोगे दैन वो स्ट्रेट लाइन आएगी। ठीक है, सो फिर वो की कह रहे हैं, एज शोन इन फिगर 5.4। ठीक है, फिर वो की कह रहा है, फिगर 5.4 इट इज़ क्लियर दैट द सेम डिग्री ऑफ स्टरलाइजेशन मे बी ऑब्टेन्ड ओवर अ वाइड रेंज ऑफ टाइम एंड टेम्परेचर रेजिमेंट्स। दैट इज़ द सेम डिग्री ऑफ स्टरलाइजेशन मे रिजल्ट फ्रॉम ट्रीटमेंट एट हाई टेम्परेचर फॉर अ शॉर्ट टाइम एज फ्रॉम अ लो टेम्परेचर फॉर अ लॉन्ग टाइम। इहदा की मतलब होया, देखो एक हो गया, हुण अगर मैं बिल्कुल सिंपल एग्जाम्पल लवां, फॉर एग्जाम्पल तुसीं घरे चाह बनाउण लगे हो, टी मेक करनी है तुसीं 1 कप, राइट। टी मेक करन दे लई 2 कंडीशनस हो सकदियां। तुसीं जल्दी बनाउणी है, गैस तुसीं तेज कर दो, फुल गैस कर दो। ठीक है, उच की होएगा, गैस पूरी लगी, हीट 100% दित्ती तुसीं, टाइम घट लग्या, टी बन गई। उस तो ऑपोजिट की हो सकता, तुसीं जिहड़ी गैस है वो बिल्कुल सिम कर दो, बिल्कुल डाउन कर दो, मिनिमम कर दो। ठीक है, उच की होएगा, टी बनन च टाइम लगूगा, बन दोनों कंडीशन च जानी, बट वो टी बनन नूं टाइम लगूगा, बट जी थोड़ी गैस है वो घट लग रही सी। सो सेम वो की कह रहे हैं कि माइक्रो ऑर्गेनिजम्स किल होणगे 100% है, बट 2 कंडीशनस उत्थे हो सकती हैं कि या तो तुसी हाई टैंपरेचर थोड़े टाइम लिए दे दो या लो टैंपरेचर ज़्यादा टाइम लिए दे दो। ठीक है, इत्थे देखो स्टरलाइजेशन
इन स्टरलाइजेशन टाइम उपर नूं इधर नूं टैंपरेचर है स्टरलाइजेशन कहता हो रही है टैंपरेचर वधाता तो टाइम घट लगूगा टाइम घट है तो टैंपरेचर ज़्यादा लगूगा टाइम लैस है तो टैंपरेचर ज़्यादा लगूगा तो अगर टैंपरेचर ज़्यादा है तो टाइम घट लगूगा देखो इतने टाइम है ना टाइम थोड़ा है पर टैंपरेचर ज़्यादा है इतने टाइम ज़्यादा है टैंपरेचर थोड़ा है ठीक है ओके सो ये सारा तुसी हाँ जी हुण इहदे च अगे की आ गया कह रहे कि जिवें असी ट्रीटमेंट तो दे रहे हैं स्टरलाइजेशन तो असी कर रहे हैं हीट नाल या स्टीम नाल बट उत्थे प्रॉब्लम की आ रही है कुछ ना कुछ न्यूट्रिएंट्स का लॉस हो रहा ठीक है दो कंडीशंस उसने दस दियाँ कि कुछ न्यूट्रिएंट्स लॉस हो रहे हैं इन इंटरैक्शन बिटवीन न्यूट्रिएंट कंपोनेंट्स ऑफ द मीडियम है ना अ कॉमन अकरेंस ड्यूरिंग स्टरलाइजेशन Maillard type browning reaction which results in discoloration of medium as well as loss of nutrient quality कहना कुछ mediums ਦੇ ਵਿੱਚ ਕੀ ਹੁੰਦਾ Maillard reaction ਹੋ ਜਾਂਦੀ ਹੈ nutrients ਦਾ ਵੀ ਕੁਛ ਨਾ ਕੁਛ loss ਹੋ ਜਾਂਦਾ ਤੇ ਥੋੜਾ medium ਆ ਜਿਹੜਾ ਉਹ discoloration ਸ਼ੁਰੂ ਹੋ ਜਾਂਦਾ ਹੈ ਹੋਣਾ ਠੀਕ ਹੈ ਕੁਛ ਦੇ ਵਿੱਚ ਕੀ ਹੈ ਕਿ ਹੀਟ ਲਾਇਬਲ ਕੰਪੋਨੈਂਟਸ ਜਿਵੇਂ ਅਮਾਈਨੋ ਐਸਿਡਸ ਵਿਟਾਮਿਨਸ ਵਗੈਰਾ ਪ੍ਰੋਟੀਨ ਵਗੈਰਾ ਪ੍ਰੈਜ਼ੈਂਟ ਆ ਉਹ ਵੀ ਖਤਮ ਹੋ ਸਕਦੇ ਆ ਸੋ ਕੀ ਕਹਿ ਰਿਹਾ ਕਿ ਕਿੰਨੇ ਨਿਊਟ੍ਰੀਐਂਟ ਲਾਸ ਹੋ ਰਿਹਾ ਹੈ विद स्टरलाइजेशन उसमें असी XT अपॉन X नॉट इज इक्वल टू E माइनस KT ना लिखते हैं कहना XT की है कंसनट्रेशन ऑफ न्यूट्रिएंट आफ्टर अ हीट ट्रीटमेंट पीरियड T X नॉट इज ओरिजिनल कंसनट्रेशन ऑफ न्यूट्रिएंट एट द ऑनसेट ऑफ स्टरलाइजेशन K इज द रिएक्शन रेट कॉन्सटेंट इतों असी फाइंड आउट कर सकते हैं सो द इफेक्ट ऑफ टैंपरेचर ऑन द रिएक्शन रेट कॉन्सटेंट मे बी एक्सप्रेस्ड बाय आर्हीनियस इक्वेशन नाल भी असी उसनूं एक्सप्लेन कर सकते हैं फर्दर ठीक है सो हुण इत्थे की है बट सानू स्टरलाइजेशन तो करनी पैनी है बट असी कैलकुलेट कर सकते कि कितना लॉस हो रहा है जिस मैथड सानू लैस लॉस लग रहा है अगर थोड़ा हो रहा है दैन असीं उसनूं प्रैफर करांगे अदरवाइज वी स्विच टू फिल्ट्रेशन और एनी अदर मैथड सो कंटीन्यूस स्टरलाइजेशन हुंदी है बैच स्टरलाइजेशन हुंदी है डिटेल्स तुसीं प्रॉपर पढ़ोगे किवें कंटीन्यूस हुंदी है बैच दे विच की बेसिक चलदा कंटीन्यूस की चलदा थोड़ी बहुत इंस्ट्रूमेंटेशन भी है सो बट इत्थे ने कॉमन लिखता कहते अगर कंटीन्यूस स्टरलाइजेशन तुसी कर रहे हो दैन उस की हुंदा सुपीरियर मेंटेनेंस ऑफ मीडियम क्वालिटी है उसका एडवांटेज स्केल अप ईजी हो जाता है ऑटोमैटिकल कंट्रोल है रिडक्शन ऑफ शुगर कैपेसिटी ऑफ फॉर स्टीम रिडक्शन ऑफ स्टरलाइजेशन साइकिल टाइम जल्दी स्टरलाइजेशन हो जाती है इन सर्टन रिडक्शन ऑफ फर्मेंटेशन क्रोजन फर्मेंटेशन जी होंगी उसकी प्रॉब्लम बहुत घट आती है जल्दी स्टरलाइजेशन हो जाती है ईजी है उसको कंट्रोल करना ठीक है ऑटोमैटिक सिस्टम है दैट्स वाई बट कुछ ना कुछ बैच सिस्टम के भी फायदे होंगे लाइक लो कैपेसिटी इक्विपमेंट यूज़ होंगे लो रिस्क ऑफ कंटैमीनेशन होंगे क्योंकि जो कंटीन्यूस प्रोसैस तुसी कर रहे हो दैन थोड़ा एसेप्टिकली ट्रांसफर करना पैना मीडियम जो स्टरलाइज हो गया उत्थे उसनूं मेनटेन करना पेगा उत्थे एफर्ट्स लगणगे ईजी मैनुअल कंट्रोल है ईजी टू यूज़ विद मीडियम कंटेनिंग अ हाई प्रपोर्शन ऑफ सॉलिड मैटर राइट सो कुछ ना कुछ डिसएडवांटेजेस कुछ ना कुछ बेनीफिट्स दोनों मैथड्स दे हुंदे आ हुण अपने नैक्सट लैक्चर च असीं बैच स्टरलाइजेशन प्रोसेस पढ़ोगे ठीक है देख लो बच्चा इफ़ एनी प्रॉब्लम प्लीज़ कॉन्टैक्ट मी थैंक यू